ਧੰਨ ਵਾਹਿਗੁਰੂ ਸਾਹਿਬ ਜੀ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਹਮ ਅਵਗੁਣ ਭਰੇ ਏਕ ਗੁਣ ਨਾਹੀ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਧਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਨਿਓ ਗੁਰ ਸੰਗਤ, ਤਿਹ ਮਲੰਤ ਜਨ ਤਰਾਸ ਮਿਟਾਈ। ਇਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਣਾਈ। ਧੰਨ ਵਾਹਿਗੁਰੂ ਸਾਹਿਬ ਜੀ। ਧੰਨ ਧੰਨ ਦਸਾਂ ਪਾਤਸ਼ਾਹਾਂ ਦੀ ਪਾਵਨ ਸਰੂਪ ਸੱਚੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਪਾਰ ਕਿਰਪਾ ਕਰਕੇ ਅੰਮ੍ਰਿਤ ਵੇਲੇ ਤੋਂ ਤਖਤ 'ਤੇ ਬਿਰਾਜਮਾਨ ਹੋ ਕੇ ਸਾਡੇ ਸਭਨਾਂ ਦੇ ਭਲੇ ਲਈ ਪਾਵਨ ਉਪਦੇਸ਼ ਗੁਰਬਾਣੀ ਇਸ ਜਗ ਮਹਿ ਚਾਨਣ ਦੀ ਦਾਤ ਬਖਸ਼ਿਸ਼ ਦੇ ਰੂਪ ਵਿੱਚ ਬਖਸ਼ੀ ਹੈ। ਸਨਮਾਨਯੋਗ ਗੁਰੂ ਪਿਆਰੀ ਸਤ ਸੰਗਤ ਜੀ, ਮਨ ਬਿਰਤੀਆਂ ਨੂੰ ਕਾਗਰ ਕਰੀਏ ਜੁੜੀਏ ਸ਼ਬਦ ਗੁਰੂ ਵਿਚਾਰ ਦੇ ਨਾਲ, ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਆਪਣੇ ਮੁਖ ਨੂੰ ਪਵਿੱਤਰ ਕਰੀਏ। ਬਖਸ਼ੀ ਹੋਈ ਰੱਬੀ ਰੂਹਾਨੀ ਦੀ ਦਾਤ ਫਤਿਹ ਸਾਂਝੀ ਕਰੀਏ। ਆਖੀਏ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਜੀ ਦੀ ਪਾਰ ਕਿਰਪਾ ਹੈ, ਜੋ ਕਿ ਅੱਜ ਦਾ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਸਾਹਿਬ ਨੇ ਬਖਸ਼ ਕੇ ਸਾਨੂੰ ਜਾਗਰੂਕ ਕੀਤਾ ਹੈ। ਪਹਿਲਾਂ ਸਤਿਗੁਰੂ ਜੀ ਦੇ ਪਾਵਨ ਮੁੱਖ ਵਾਕ ਸ਼ਬਦ ਦਾ ਪਾਠ ਕਰੀਏ, ਵਿਚਾਰ ਉਪਰੰਤ। ਸਤਨਾਮ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਮਹੱਲਾ ਪੰਜਵਾ, ਘਰ ਤੀਜਾ। ਇਕ ਓੰਕਾਰ ਸਤ ਗੁਰ ਪ੍ਰਸਾਦ, ਮਿਥਨ ਮੋਹ ਅਗਨ ਸੋਕ ਸਾਗਰ। ਕਾਰ ਕਿਰਪਾ ਉਦਰ ਹਰ ਨਾਗਰ, ਮਿਥਨ ਮੋਹ ਅਗਨ ਸੋਕ ਸਾਗਰ। ਕਰ ਕਿਰਪਾ ਉਦਰ ਹਰ ਨਾਗਰ, ਚਰਨ ਕਮਲ ਸਰਣਾਏ ਨਰਾਇਣ। ਦੀਨਾਨਾਥ ਭਗਤ ਪੁਰਾਇਣ। ਰਹਾਉ ਅਨਾਥਾਂ ਨਾਥ ਭਗਤ ਭੈ ਮਿਟਣ। ਸਾਧ ਸੰਗ ਜਮਦੂਤ ਨ ਭੇਟਨ। ਜੀਵਨ ਰੂਪ ਅਨੂਪ ਦਇਆਲਾ। ਰਵਣ ਗੁਣਾ ਕਟਿਐ ਜਮ ਜਾਲਾ।
ਅੰਮ੍ਰਿਤ ਨਾਮ ਰਸਨ ਨਿਤ ਜਾਪੈ, ਰੋਗ ਰੂਪ ਮਾਇਆ ਨਾ ਵਿਆਪੈ। ਜਪ ਗੋਬਿੰਦ ਸੰਗੀ ਸਭ ਤਾਰੇ, ਪੋਹਤ ਨਾਹੀ ਪੰਚ ਬਟਵਾਰੇ। ਮਨ ਬਚ ਕਰਮ ਪ੍ਰਭ ਏਕ ਧਿਆਏ, ਸਰਬ ਫਲਾ ਸੋਈ ਜਨ ਪਾਏ। ਧਾਰ ਅਨੁਗ੍ਰਹ ਆਪਣਾ ਪ੍ਰਭ ਕੀਨਾ, ਕੇਵਲ ਨਾਮ ਭਗਤ ਰਸ ਦੀਨਾ। ਆਦ ਮਦ ਅੰਤ ਪ੍ਰਭ ਸੋਈ, ਨਾਨਕ ਤਿਸ ਬਿਨ ਅਵਰ ਨਾ ਕੋਈ। ਆਦ ਮਦ ਅੰਤ ਪ੍ਰਭ ਸੋਈ, ਨਾਨਕ ਤਿਸ ਬਿਨ ਅਵਰ ਨਾ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਜੀ ਦੀ ਪਾਰ ਪਾਰ ਕਿਰਪਾ ਹੈ। ਅੱਜ ਦਾ ਸ਼ਬਦ ਮੁੱਖ ਵਾਕ ਸਾਹਿਬ ਦੇ ਪਿਆਰੇ ਮੁਖ ਵਿੱਚੋਂ ਨਿਕਲੇ ਹੋਏ ਸ਼ਬਦ ਨੂੰ ਅਸੀਂ ਮੁੱਖ ਵਾਕ ਆਖਦੇ ਸਾਂ। ਮੁੱਖ ਵਿੱਚੋਂ ਨਿਕਲਿਆ ਹੋਇਆ ਵਾਕ, ਆਵਾਜ਼, ਧੁਨ। ਮੇਰੇ ਮਾਲਕ ਸਾਹਿਬ ਜੀ ਦੀ ਅਪਾਰ ਕਿਰਪਾ ਹੋਈ ਹੈ। 760 ਅੱਗ ਤੇ ਇਹ ਸ਼ਬਦ ਸੁਭਾਏਮਾਨ ਹੈ। ਰਾਗ ਸੋਹੀ ਹੈ। ਪੰਜਵੇਂ ਨਾਨਕ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਇਹ ਬਖਸ਼ਿਆ ਹੋਇਆ ਪਿਆਰ ਸਰੂਪ ਪਿਆਰਾ ਸ਼ਬਦ। ਘਰ ਤੀਸਰੇ ਦੇ ਵਿੱਚ ਇਸ ਨੂੰ ਗਾਇਆ ਜਾਂਦਾ ਹੈ। ਸਾਹਿਬ ਜੀ ਦੀ ਬਖਸ਼ਿਸ਼ ਉਹਨਾਂ ਜੀਵਾਂ 'ਤੇ ਹੁੰਦੀ ਹੈ ਜਿਨ੍ਹਾਂ ਉੱਤੇ ਗੁਰੂ ਦੀ ਕਿਰਪਾ ਹੋਵੇ। ਜਿਸ ਨੂੰ ਤੂੰ ਜਣਾਹੇ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਇੱਕੋ ਅਕਾਲ ਪੁਰਖ ਵਾਹਿਗੁਰੂ ਇੱਕੋ ਹੀ ਪਰਮਾਤਮਾ ਹੈ ਜਿਸ ਦੀ ਕਿਰਪਾ ਦੁਆਰਾ ਪ੍ਰਭੂ ਦੀ ਬੰਦਗੀ ਗਾਉਣ ਨੂੰ, ਪੜ੍ਹਨ ਨੂੰ, ਕਰਨ ਵਾਸਤੇ ਚੰਗੀ ਲੱਗਦੀ ਹੈ, ਸੁਣਨ ਵਾਸਤੇ ਚੰਗੀ ਲੱਗਦੀ ਹੈ। ਗੁਰੂ ਦੀ ਕਿਰਪਾ ਤੋਂ ਬਿਨਾਂ ਪ੍ਰਭੂ ਭਗਤੀ ਵਿੱਚ ਜੁੜਿਆ ਨਹੀਂ ਜਾਂਦਾ, ਰੱਬ ਦੇ ਨਾਲ ਜੁੜਿਆ ਨਹੀਂ ਜਾਂਦਾ। ਜੇ ਰੱਬ ਨਾਲ ਨਹੀਂ ਜੁੜਿਆ ਜਾਂਦਾ ਤੇ ਮੇਰੇ ਮਾਲਕ ਜੀ ਦੇ ਪਾਵਨ ਬੋਲ ਬੜੇ ਸੁੰਦਰ ਨੇ ਅੱਜ ਦੇ ਮੁੱਖ ਵਾਕ ਵਿੱਚ। ਫਿਰ ਇਹ ਮਨੁੱਖ ਜੇ ਰੱਬ ਨਾਲ ਨਹੀਂ ਜੁੜਦਾ ਤੇ ਫਿਰ ਸੰਸਾਰ ਦੇ ਨਾਲ ਜੁੜੇਗਾ। ਤੇ ਸੰਸਾਰ ਦੀ ਗਾਥਾ ਗੁਰਬਾਣੀ ਦੇ ਅੰਦਰ ਬਚਨ ਪਾਤਸ਼ਾਹ ਜੀ ਦੇ ਪਿਆਰੇ ਬੋਲ ਹੈ ਕਿ ਸੰਸਾਰ ਦੀ ਗਾਥਾ ਬੜੀ ਗੁੰਝਲਦਾਰ ਹੈ। ਜੇ ਸੰਸਾਰ ਦੇ ਜੀਵ ਰੱਬ ਨਾਲ ਜੁੜਦੇ ਨੇ ਤੇ ਫਿਰ ਮੁਬਾਰਕ ਹੈ ਉਹਨਾਂ ਦੇ ਜੀਵਨ ਨੂੰ ਜਿਨ੍ਹਾਂ ਨੇ ਜਿਨ ਨਾਮ ਧਿਆਇਆ, ਜਿਨੇ ਵੀ ਨਾਮ ਧਿਆਇਆ, ਮੁਬਾਰਕ ਹੈ। ਜ਼ਿੰਦਗੀ ਦੇ ਉਹਨੇ ਸਾਰੇ ਮਨੋਰਥ ਉਸ ਮਨੁੱਖ ਨੇ, ਉਹਨਾਂ ਮਨੁੱਖਾਂ ਨੇ ਪੂਰਨਤਾ ਦੇ ਰੂਪ ਵਿੱਚ ਜੀਵਨ ਵਿੱਚ ਲੈ ਲਏ ਨੇ, ਲੈਤ ਹੋ ਗਈ, ਭਾਵਨ ਬਣ ਗਈ। ਮਿਥਨ ਮੋਹ ਅਗਨ ਸੋਕ ਸਾਗਰ, ਮਿਥਿਆ ਨਾਸਵੰਤ ਇਹ ਸੰਸਾਰ ਵਿਕਾਰ ਸੰਸੇ ਮਹਿ। ਤੇ ਸੰਸਿਆਂ ਚੋਂ ਬਾਹਰ ਕੌਣ ਹੈ? ਜਿਹੜਾ ਬ੍ਰਹਮ ਨਾਲ ਜੁੜਿਆ ਹੈ, ਪ੍ਰਭੂ ਨਾਲ ਜੁੜਿਆ ਹੈ, ਜਿਹਦੇ ਜੀਵਨ ਵਿੱਚ ਭਗਤੀ ਚੰਗੀ ਲੱਗਦੀ ਹੈ। ਸੰਗਤ ਵਿੱਚ ਜੁੜ ਕੇ ਬੈਠਣ ਦਾ ਮਨ ਕਰਦਾ ਹੈ ਕਿ ਮੈਂ ਹੋਰ ਸਮਾਂ ਸਤਿਗੁਰੂ ਦੀਆਂ ਬਾਣੀਆਂ ਕਹਾਣੀਆਂ ਨੂੰ ਸੁਣ ਲਵਾਂ, ਬੋਲ ਲਵਾਂ, ਆਖ ਲਵਾਂ, ਮੰਨ ਲਵਾਂ। ਤਰਿਓ ਬ੍ਰਹਮ ਗਿਆਨੀ, ਜਿਹੜਾ ਬ੍ਰਹਮ ਨਾਲ ਜੁੜਿਆ ਉਹ ਗਿਆਨੀ ਹੈ।
ਤੇ ਜਿਹੜਾ ਟੁੱਟਾ ਹੈ ਉਹ ਬ੍ਰਹਮ ਗਿਆਨੀ ਨਹੀਂ ਹੈ। ਭਾਵੇਂ ਅਸੀਂ ਇੱਥੇ ਸਤਿਗੁਰੂ ਦੇ ਪਾਵਨ ਦਰਬਾਰ ਵਿੱਚ ਆਣ ਕੇ ਧਾਰਮਿਕ ਚਿੰਨ੍ਹ ਤੋਂ ਬਾਹਰੀ ਪੱਖ ਤੋਂ ਦਿੱਖ ਜਿਹੜੀ ਸਾਡੀ ਹੈ, ਅਸੀਂ ਧਾਰਮਿਕ ਹੈ, ਚਾਹੇ ਅਸੀਂ ਗੁਰੂ ਘਰ ਦੇ ਸੇਵਾਦਾਰ ਹਾਂ ਤੇ ਚਾਹੇ ਸੰਗਤ ਦੇ ਰੂਪ 'ਚ ਹੈ ਤਾਂ ਸਾਰੇ ਇੱਕ ਸਰੂਪ ਹੈ, ਇੱਕ ਪਿਤਾ ਇੱਕ ਸਖੀਹਾ ਮੁਬਾਰਕਾਂ। ਜੇ ਅੰਦਰੋਂ ਨਹੀਂ ਜੁੜੇ ਬਾਹਰੋਂ ਜੁੜੇ ਹਾਂ ਫਿਰ ਅਸੀਂ ਧਾਰਮਿਕ ਨਹੀਂ ਹਾਂ, ਵਿਖਾਵਾ ਹੈ। ਜੇ ਅੰਦਰੋਂ ਜੁੜੇ ਹਾਂ ਤੇ ਬਾਹਰ ਭਾਵੇਂ ਅਸੀਂ ਕੱਪੜੇ ਜਿਹੜੇ ਆ ਉਹ ਧਾਰਮਿਕ ਦਿੱਖ ਵਾਲੇ ਨਹੀਂ ਪਾਏ ਫਿਰ ਵੀ ਅਸੀਂ ਧਾਰਮਿਕ ਹਾਂ। ਰੱਬ ਦਾ ਪਿਆਰਾ ਕਿਸੇ ਵੀ ਰੂਪ ਵਿੱਚ ਹੈ, ਪਰ ਉਹ ਜੇ ਸੱਚ ਨਾਲ ਜੁੜਿਆ ਹੈ ਤੇ ਫਿਰ ਉਹਦਾ ਜੀਵਨ ਅਖਲਾਕੀ ਧਾਰਮਿਕ ਹੈ। ਤੇ ਜੇ ਕੇਵਲ ਤੇ ਕੇਵਲ ਉਹ ਭੀਖ ਨਾਲ ਹੀ ਜੁੜਿਆ ਹੈ, ਭੀਖ ਦਿਖਾਇਓ ਜਗਤ ਕੋ ਲੋਗਣ ਕੋ ਵਸਕੀਨ, ਗੱਲਾਂ ਅਸੀਂ ਚੰਗੀਆਂ ਵਾਲੀ ਖੇਡ ਹੈ ਤੇ ਨਹੀਂ ਬਣਨਾ ਗਮ, ਧਾਰਮਿਕ ਨਹੀਂ ਹੈ। ਧਾਰਮਿਕ ਸਥਾਨ 'ਤੇ ਆਣ ਕੇ ਵੀ ਅਸੀਂ ਧਾਰਮਿਕ ਨਹੀਂ ਹੋ ਸਕਦੇ। ਪਾਤਸ਼ਾਹ ਜੀ ਦੇ ਅੱਜ ਬੋਲਾਂ ਦੀ ਵਿਆਖਿਆ ਤਾਂ ਸਤਿਕਾਰਯੋਗ ਸੈਕਟਰੀ ਸਾਹਿਬ ਨੇ ਸਟੇਜ ਤੋਂ ਹੀ ਕਰ ਦਿੱਤੀ ਆ। ਬਾ ਕਮਾਲ, ਮੈਂ ਪਹਿਲੀ ਵਾਰ ਐਸੇ 77 ਤੋਂ ਬੋਲ ਸੁਣੇ ਨੇ ਗੁਰੂ ਦੇ ਪ੍ਰਥਾਏ। ਜਿਹੜਾ ਸ਼ਬਦ ਅੱਜ ਆਪਾਂ ਵਿਚਾਰ ਰਹੇ ਹਾਂ, ਇਸ ਸ਼ਬਦ ਦੀ ਵਿਆਖਿਆ ਤਾਂ ਸਟੇਜ ਸੈਕਟਰੀ ਸਾਹਿਬ ਨੇ ਕਰ ਹੀ ਦਿੱਤੀ ਹੈ। ਮੈਂ ਮੁਬਾਰਕ ਕਰਦਾ, ਮੈਂ ਇਸ ਵੀਰ ਦਾ ਨਾਂ ਨਹੀਂ ਜਾਣਦਾ, ਮੈਂ ਧੰਨਵਾਦ ਤਾਂ ਕਰ ਸਕਦਾ ਨਾ, ਮੈਨੂੰ ਬੋਲ ਬੜੇ ਚੰਗੇ, ਮੈਂ ਬੜੇ ਧਿਆਨ ਨਾਲ ਸੁਣ ਰਿਹਾ ਸੀ। ਇਸ ਮੁੱਖ ਵਾਗ ਦੀ ਕਥਾ ਸਨਮਾਨਯੋਗ ਪ੍ਰਬੰਧਕ ਜਨ ਸਕੱਤਰ ਸਾਹਿਬ ਨੇ ਸਟੇਜ ਤੋਂ ਆਪ ਨੂੰ ਸਾਰੀ ਕਰਕੇ ਸੁਣਾ ਦਿੱਤੀ, ਸਾਰੀ ਕਰਕੇ ਸੁਣਾ ਦਿੱਤੀ। ਐਸਾ ਹੀ ਹੋਣਾ ਚਾਹੀਦਾ। ਜਿਹੜੇ ਅਸੀਂ ਆਹ ਬੋਲ ਅੱਜ ਬੋਲਣੇ ਆ, ਆਪਣੇ ਸਰਵਣ ਕਰ ਲਏ ਹਨ ਧੁਨ ਦੇ ਰੂਪ ਵਿੱਚ। ਮਿਥਨ ਮੋਹ ਅਗਨ ਸੋਕ ਸਾਗਰ, ਇਹ ਮਿਥਿਆ ਹੈ, ਇਹ ਨਾਸਵੰਤ ਹੈ। ਜਿਹੜਾ ਮੋਹ ਹੈ ਨਾ, ਇਹ ਨਾਸਵੰਤ ਹੈ। ਇਹ ਅੱਗ ਦਾ ਸਮੁੰਦਰ ਜਿਹੜਾ ਹੈ ਭਰਿਆ ਹੋਇਆ ਵਾਲੇ ਮਾਰ ਰਿਹਾ ਹੈ। ਜਿਹੜਾ ਮੋਹ ਕਰਦੇ ਆ ਦੁਨਿਆਵੀ ਪਦਾਰਥਾਂ ਦੇ ਨਾਲ, ਇੱਕ ਛੋੜ ਦੂਜੇ ਲੱਗੇ, ਰੱਬ ਨੂੰ ਛੱਡਤਾ, ਦੂਸਰੇ ਬੰਨੇ ਲੱਗੇ ਹੋਏ ਆ। ਇਹਦੀ ਵਿਥਿਆ ਤਾਂ ਇਹੀ ਹੈ ਕਿ ਸਾਡਾ ਬਾਹਰਲਾ ਭੇਖ ਕਿਸ ਤਰ੍ਹਾਂ ਦਾ ਵੀ ਹੋਵੇ, ਪਰ ਅੰਦਰਲਾ ਭੇਖ ਇਸ ਅੱਗ ਤੋਂ, ਮੋਹ ਦੀ ਅੱਗ ਤੋਂ ਜੇ ਬਚਿਆ ਤੇ ਅਸੀਂ ਧਾਰਮਿਕ ਹਾਂ। ਮੋਹ ਤੋਂ ਬਚਿਆ, ਇਸ ਖੇਡ ਤੋਂ ਬਚਿਆ ਜਿਹੜਾ ਬਿਨਸਨਹਾਰ ਹੈ। ਇਹ ਸੰਸਾਰ ਵਿਕਾਰ ਬਿਨਸਨਹਾਰ ਹੈ। ਜੇ ਅਸੀਂ ਮੋਹ ਦੀ ਅੱਗ ਦੇ ਵਿੱਚ ਪਾਏ ਕਿ ਇਹ ਸੰਸਾਰ ਨੂੰ ਵਿਦਵਾਨਾਂ ਨੇ ਮੱਚਦਾ ਹੋਇਆ ਤੰਦੂਰ ਵੀ ਆਖਿਆ ਹੈ ਕਿ ਮੱਚਦੇ ਹੋਏ ਤੰਦੂਰ ਦੇ ਵਿੱਚ ਜੋ ਕੁਛ ਡਿੱਗ ਪੈਂਦਾ ਉਹ ਸੜ ਕੇ ਸੁਆਹ ਜਾਂਦਾ ਹੈ। ਫਿਰ ਅਸੀਂ ਅੱਗ ਸਾਗਰ ਦੇ ਸਮੁੰਦਰ ਵਿੱਚ ਜਿਹੜੇ ਡਿੱਗੇ ਹਾਂ, ਜੀਵਨ ਆਪਣੇ ਨੂੰ ਆਪ ਹੀ ਝੋਕ ਰਹੇ ਹਾਂ। ਤੇ ਇਹਦੇ ਵਿੱਚ ਅੱਗ ਦੇ ਵਿੱਚ ਡਿੱਗਿਆਂ ਪ੍ਰਾਪਤ ਕੀ ਹੁੰਦਾ ਹੈ? ਸੋਗ ਹੀ ਹੁੰਦਾ। ਜਿਹੜਾ ਮੱਚ ਜਾਂਦਾ ਪਿੱਛੇ ਪਰਿਵਾਰ ਸੋਗ ਵਿੱਚ ਪੈ ਜਾਂਦਾ ਕਿ ਫਲਾਣਾ ਸੜ ਕੇ ਮੱਚ ਕੇ ਮਰ ਗਿਆ, ਬੜੀ ਅਣਹੋਈ ਮੌਤ ਹੋਈ। ਕਰ ਕਿਰਪਾ ਉਧਰ ਹਰ ਨਾਗਰ, ਸਾਡੇ ਤੇ ਕਿਰਪਾ ਕਰੋ ਪਾਤਸ਼ਾਹ ਸਾਹਿਬ ਜੀ, ਸਾਡਾ ਆਧਾਰ ਕਰੋ, ਆਧਾਰ ਕਰੋ, ਦਇਆ ਕਰੋ, ਕਿਛ ਮਿਹਰੇ ਉਪਾਵੋ, ਡੁੱਬਦੇ ਪੱਥਰ ਤਾਰੇ। ਡੁੱਬਦੇ ਪੱਥਰਾਂ ਨੂੰ ਤਾਰਨ ਦੀ ਸਮਰੱਥਾ ਅਕਾਲ ਪੁਰਖ ਵਾਹਿਗੁਰੂ ਰੱਖਦਾ ਹੈ। ਤਾਰਦਾ ਵੀ ਆ ਪੱਥਰ, ਜੀਵਨ ਵਾਲਿਆਂ ਨੂੰ ਤਾਰਦਾ ਵੀ ਆ। ਬੜੇ ਹਵਾਲੇ ਮੇਰੇ ਪਾਤਸ਼ਾਹ ਜੀ ਨੇ, ਜਿਨ੍ਹਾਂ ਦਾ ਪਾਪ ਕੋ ਕਰਮ ਕਰਕੇ ਜੀਵਨ ਪੱਥਰ ਨਾਲੋਂ ਵੀ ਜ਼ਿਆਦਾ ਪੱਧਰ ਹੋ ਗਿਆ ਸੀ। ਰੱਬ ਦੇ ਨਾਲ ਜੁੜੇ ਹੋਏ ਦੇ ਜੀਵਨ ਵਿੱਚੋਂ ਨਿਕਲੇ ਹੋਏ ਪਿਆਰੇ ਬੋਲ ਨੇ ਕਿ ਪੱਥਰ ਕੋਲ ਵੀ ਇੱਕ ਗੁਣ ਹੈ। ਪੱਥਰ ਜਿੱਥੇ ਟਿਕਾ ਦਿਓ ਉਹ ਹਿੱਲਦਾ ਨਹੀਂ। ਇਹ ਮਨੁੱਖ ਜੇ ਤੇਰਾ ਮਨ ਧਰਮ ਸਥਾਨ 'ਤੇ ਆਣ ਕੇ ਟਿਕਦਾ ਨਹੀਂ, ਘਰ ਵਿੱਚ ਟਿਕਦਾ ਨਹੀਂ, ਸੱਚ ਦੇ ਨਾਲ ਜੁੜਦਾ ਨਹੀਂ, ਤੇ ਇੱਕ ਪੱਥਰ ਤੋਂ ਵੀ ਤੂੰ ਸੁਨੇਹਾ ਲੈ ਲਾ। ਪੱਥਰ ਟਿਕਿਆ ਜਿੱਥੇ ਕਿਤੇ ਤੂੰ ਵੇਖਿਆ ਟਿਕਿਆ ਹੈ, ਉਹਨੂੰ ਕੋਈ ਹਿਲਾਵੇ ਤੇ ਹਿੱਲਦਾ ਹੈ, ਨਹੀਂ ਤੇ ਉਹ ਟਿਕਿਆ ਰਹਿੰਦਾ ਹੈ। ਜਿਹੜੇ ਲੋਕ ਰੱਬ ਨਾਲ ਜੁੜ ਗਏ ਨੇ, ਇਕਾਂਤ ਹੈ, ਉਹ ਵੀ ਟਿਕ ਗਏ ਨੇ।
पर उत्थे भगत कबीर साहब जी दे एक बोल ने कि जिवें पत्थर टिकिया है तो कोई हिलाउंदा है तो वह हिलदा है, इस तरह जिहड़े जुड़े ने, चाहे वह किरत नाल जुड़े ने, चाहे वह भगती नाल जुड़े ने, पर जुड़े भगती नाल है, पर संसार के लोग उन्होंने पत्थर वांगू हिला हिला के वेखते हैं। कबीर लागी प्रीत सुजान स्यों बरजे लोग अजान, तांस्यों टूटी क्यों बने जाके जी प्राण। लगी हुई सुरत नूं जिन्हां दी रब नाल सुरत लगी आ, ये अणजाण लोग जिहड़े ने वो तोड़ते हैं, बहुत बार तोड़ते हैं। एक बार सुरत टुट जाए, संगत विच जुड़ के बैठे हो, किसी न्याणे ने किलकारी मारती है, कोई फोन आ गया है, किसी भी कारण करके बिरती शब्द नाल तुन मैं ध्यान ध्यान मैं जानिया गुरमुख कथ कहानी दे नाल जुड़े हैं, सुरत टुट गई, एक बार टुट गई मुड़ के जुड़ती नहीं। यतन करिया करिए कि इहो जिहा कि बाहरों ही फोन नूं बंद करके जेब च पाईए जां बाहर ही रख आईए। बड़ी शांति इस दरबार में आण के मैनूं महसूस हुई आ। जिन्ने दिन हो गए दास इत्थे हाज़री भरदा है, कदे भी किसी प्रकार का कोई रौला गौला नहीं है। मेरे पातशाह आखदे ने कर किरपा, उधर हर नागर साडा आधार कर, साडी बांह फड़, साडा आसरा बन। पातशाह जी किरपा करो, असी मचदी हुई अग दे समुंदर विच डिग रहे हाँ, इस मोह दे लपेट विच आए हुए हैं। चरण कमल शरणाए नारायण, वाहिगुरु जी तेरे चरनां विच आए हैं। तेरे कोमल कमल दे फुल वर्गे कोमल चरण ने। भाई साहब भाई संतोख सिंह जी ने चरनां दी बाकमाल विथया की है कि चरण गुरु नानक साहब जी दे इतने कोमल ते इतने सुंदर ने कि उन्हां वर्गा कोई भी नहीं। किसी ने फुल नाल, किसी ने चंद्रमे नाल, किसी ने पानी दे नाल गुरु नानक साहब दे चरनां दी उपमा कीती है। भाई संतोख सिंह जी अपने कविता विच लिखते हैं, गुरु नानक साहब दे चरण सदबहारा हन, सदबहार। चंद्रमा भी ग्रहण का धारनी हो जाता है, डुब जाता है, चढ़ता है, निक्का वड्डा उसका आकार होंदा है। सूरज भी तप जाता है, चिट्टी रोशनी रात नूं मधम पै जाती, खत्म हो जाती है। पानी भी कदे तत्ता ते कदे ठंडा। भगत कबीर जी ने भी जिक्र किया पानी। हर जन जैसा चाहिए, कैसा चाहिए, जैसा हर ही होए वाली बात भी पाई है। हर जन ऐसा चाहिए जैसा हर ही होए। मेरे मालिक तेरे चरनां दे विच असीं आए हाँ। मेरे मालिक सानू अपने चरनां दा प्यार बख्शिश कर, असीं इस भयानक अग तो बच जाइए। दीनानाथ भगत परायण, परायण दा अर्थ आसरा। नथामियां दा थां, निमाणियां दा मान, अपने भगतां दा आसरा प्रभु जी है, पार ब्रह्म परमेश्वर है। इस करके रब नूं प्यार करन वाले, रब नूं मन्नण वाले रब दे दर ते आण के रब तो रब ही मंग लेंदे ने, रब नूं ही भाव के मंग लेंदे ने, रब नूं ही। हे वाहिगुरू असीं तेरी शरण विच आए हाँ, तेरे चरनां दे विच आए हाँ। साडे जीवन का सहारा बन, आसरा बन। असीं मोह ममता की अग विच डिग रहे हाँ। रहाओ, रहाओ दीआं पंक्तियां दे बंद विच इस पावन शब्द की विचार सारी परोई हुई है। मेरे मालिक साहब जी गुरु अर्जन देव महाराज सोही राग दे विच बचन अगे करते न, रहाओ दे बंद तो अनाथा नाथ भगत पै मेटण। अनाथां दा नाथ मालिक आ, रब की बंदगी करन वाले इस चीज़ नूं समझदे आ कि वो आसरा दुनिया का एक अकाल पुरख वाहिगुरू है। जे मात पिता सुत मीत ना भाई, मानूहा नाम तेरे संग सुहाई।
जिथे कोई भी आसरा नहीं, उत्थे वाहिगुरू का नाम सहायता करता है। वाहिगुरू का नाम ही खुद वो आप वाहिगुरू आ, उसका नाम ही वाहिगुरू स्वरूप है। रब की बंदगी करन वाले जिहड़े मनुख हन, गुरमुख प्यारे ने, उन्हां दे अंदरों मौत का जिहड़ा भय आ वो मीटण की समर्था वाहिगुरू का केवल नाम ही रख सकता है। ये समर्था बख्शदा है अपने प्यारिਆਂ ਨੂੰ, नाम जपण वालिਆਂ ਨੂੰ। होर कोई दुनिया का आसरा ही नहीं हैगा जिहदे करके कोई किसी नूं भय रहत कर देवे। ज़्यादा सानू सताउंदी है मौत, और मौत का खौफ, मौत का डर। तो रब की बंदगी करन वाले नूं असीं भगत कह सकते हाँ, साधु कह सकते हाँ, गुरमुख कह सकते हाँ। रब की बंदगी करन वाले जिहड़े मनुख हन, वो भगती द्वारा उन्हां दे अंदरों भगती करके जिहड़े भय दुनिया संसार मनदी आ, वो मिट जाते हैं। वो ना तो किसी भय तो डरते ने, ते ना वो किसी नूं भय दिंदे ने। भय काहू को देत नह, नह भय मानते। किसी की ईन नहीं मनती, ते किसी नूं मनाउंदे भी नहीं, डर भी नहीं दिंदे। भगती वाला हलेमी राज दे के मिल गया राज, तो वो हलेमी राज करते हैं। जिमें असी शेरे पंजाब महाराज जी रणजीत सिंह जी वाले बन्ने भी ध्यान चलिया जाता है। पैसी नहीं, पैगा सी नहीं, इतना हलेमी राज, इतने खालसे राज की अज भी बात पाई जाती है। मेरे मालक साहब जी के प्यारे बचन ने, साध संग जमदूत ना भेटन। इत्थे जमदूत की गल आई है। गुरु प्यारी संगत जी, मैं गल अपने जीवन तो करा। जिन्हां ने जमदूत वेखे नहीं, जिन्हां नूं पता नहीं, उन्हां नूं की पता है कि जमदूत हुंदे आ कि नहीं। वो इन्हां गल्लां नूं सुणदे भी नहीं, बिल्कुल नहीं सुणदे। जिमें बड़ियां बड़ियां अपराधियों नूं सजावां देण वास्ते जेलां बड़ियां ने, वो जानते ने जिहड़े जेलों दे विच बैठे ने। मैं गल जमदूत की करांगा। दूसरे जिहड़े उस दीवारां तो, जेल की बिल्डिंग तो बार बार बाईपास लंघ जाते हैं, वो ये तो गल कर सकते हैं कि मैं जेल तो क्रॉस कर गया है, जां जेल के कोल खलोता है, जां मैं किसी जेलर की मुलाकात करने वास्ते खड़ा हाँ। पर वो अंदरले दुख नूं, उन्हां जेलरां दे, जेलियां दे दुख नूं नहीं जानते। वो नहीं जानते, पता उन्होंने आ कि जिहड़ा जेल दे विच आ। इत्थे गल जमदूत दी है। बड़ा भुलेखा है साडे समाज के अंदर कि जमदूत नहीं हैगे, जमदूत नहीं हैगे। डराया जाता है धर्म के नाम ते, नरकां दे नाम ते। ते जिहड़े उत्थों हो आए ने, उन्हां नूं पुछो। इत्थे बाणी दे विच जमदूत की गल आई है। संगत जी सच जाणियो, मैं गुरु की गोद विच बह के आप जियां दे नाल बचन साझे करदा हां। मैं भी खुद वेख आया, मैं भी उन्हां दी पकड़ चों बाहर निकल के आया हाँ। सतगुरु कृपा करन सानू इन्हां दे बारे ज्ञात हो जावे। जिथे पातशाह जी ने पहले बोलां दे विच दस्सिया है कि अनाथां नाथ भगत भय मीटण। नाथां दा नाथ, एक भय रब का डर है, एक भाव भगती का प्यार है। जिन्हां दे अंदर कि जे रब की बंदगी ना कीती ते जमदूतां ने पकड़ना है। ते पर जदों जमदूत की गल किते विचारी जाती है तो बहुते लोग इस गल नूं कहंदे नहीं, ये नरक ते सुरग इत्थे ही आ। नहीं भलिओ, जो सतगुरु ने बचन सतगुरु जी की कृपा द्वारा सानू आखे आ, वो सच हन। जमदूत हैगे जी, उन्हां दा भय मिट जाता है, उन्हां तो बंदा आज़ाद हो जाता है। जीव वाहिगुरू की बंदगी करन दे नाल भय मिट जाता है। जीवन रूप अनूप दयाला, जीवन जांच दयालु पार ब्रह्म परमेश्वर वाहिगुरू। ਉਹਦਾ रूप नहीं कथिया जा सकता, ਉਹਦੇ आरा पार का पता नहीं लग सकता। रमण गुणा कट्टिए जम जाला, रमण रहा होया गुणा का भरपूर।
खजाना वाहिगुरू, रबत रजत हर थां ते मौजूद जिहड़ा है वो है पार ब्रह्म परमेश्वर, जिहड़ा सारियां गुणां नूं पैदा करदा है ते जीवां नूं गुणी बना दिंदा है। जीव बख्शे होए रब दे गुणां नूं लै के ते माण सत्कार पाउंदे ने गुणी जीव। कट्टिए जमजाला रब दी बख्शिश द्वारा जिहड़ा गुण है, जिहड़ी खेड है जिस जीवन विच वस गई, शुभ गुणां दा धारनी हो गया, ਉਹਦੇ ਜਿਹੜੇ ਆਪਾਂ ਜਮਦੂਤ ਦੀ ਗੱਲ ਕੀਤੀ ਹੈ ਉਹਦੇ ਜੰਜਾਲ ਚੋਂ ਬਾਹਰ ਆ ਜਾਂਦਾ ਹੈ। ਉਸ ਜਮਦੂਤ ਦੇ ਕਾਲ ਦੇ ਫਾਸੇ ਦੇ ਵਿੱਚੋਂ ਮਨੁੱਖ ਜੀਵ ਬੰਦਗੀ ਕਰਕੇ ਭਗਤੀ ਕਰਕੇ ਬਾਹਰ ਆ ਜਾਂਦਾ ਹੈ। ਉਹ ਅੱਗ ਦੇ ਸਮੁੰਦਰ ਵਿੱਚ ਨਹੀਂ ਡਿੱਗਦਾ। ਅੱਗ ਦਾ ਸਮੁੰਦਰ ਹੈ, ਮਿਥਨ ਮੋਹ ਅਗਨ ਸੋਕ ਸਾਗਰ, ਮਿਥਿਆ ਹੋਇਆ ਨਾਸਵੰਤ, ਜਿਹੜੇ ਪਦਾਰਥ ਨੇ ਨਾਸਵੰਤ ਨੇ। ਜਿਹੜਾ ਮਨੁੱਖ ਇਹਨਾਂ ਦੇ ਨਾਲ ਜੁੜਦਾ ਹੈ ਉਹ ਵੀ ਨਾਸ ਹੋ ਜਾਂਦਾ ਹੈ। ਰਵਣ ਗੁਣਾ ਕੱਟ ਗਿਆ ਜਮ ਜਾਲਾ, ਜਿਹੜਾ ਗੁਣਾਂ ਨੂੰ ਧਾਰਨ ਕਰਦਾ ਹੈ, ਗੁਣਾਂ ਨੂੰ ਧਾਰਨ ਕਰਕੇ ਵਾਹਿਗੁਰੂ ਨੂੰ ਰਮਦਾ ਹੈ, ਰੱਬ ਵਾਹਿਗੁਰੂ ਨੂੰ ਯਾਦ ਕਰਦਾ ਹੈ। ਅੰਮ੍ਰਿਤ ਨਾਮ ਰਸਨ ਨਿਤ ਜਾਪੈ, ਜਿਹੜਾ ਮਨੁੱਖ ਅੰਮ੍ਰਿਤ ਨਾਮ ਪਾਰ ਬ੍ਰਹਮ ਪਰਮੇਸ਼ਰ ਦੇ ਨੂੰ ਆਪਣੀ ਰਸਨਾ ਦੇ ਨਾਲ ਹਰ ਵੇਲੇ ਜਪਦਾ ਹੈ। ਪਹਿਲਿਆਂ ਬੋਲਾਂ ਵਿੱਚ ਰਹਾਉ ਦੇ ਬੰਦ ਦੇ ਬੋਲਾਂ ਵਿੱਚ ਵਾਹਿਗੁਰੂ ਜੀ ਨੇ ਸੰਸਾਰ ਦੇ ਮਾਇਕ ਪਦਾਰਥਾਂ ਦੇ ਵੱਲੋਂ ਸਾਨੂੰ ਸਾਵਧਾਨ ਇਕਾਗਰ ਚੀਤ ਦੀ ਦਾਤ ਬਖਸ਼ੀ ਹੈ। ਇੱਧਰ ਸਤਿਗੁਰੂ ਜੀ ਆਖਦੇ ਨੇ ਜੇ ਰਸਨਾ ਦੇ ਨਾਲ ਵਾਹਿਗੁਰੂ ਜਪੇਗਾ ਤੇ ਫਿਰ ਕੀ ਹੋਵੇਗਾ? ਰੋਗ ਰੂਪ ਮਾਇਆ ਨਾ ਵਿਆਪੈ। ਮਾਇਆ ਤੋਂ ਬਹੁਤ ਰੋਗ ਉਪਜਦੇ ਨੇ। ਮਾਇਆ ਤੋਂ ਮਾਨਸਿਕ ਤੌਰ 'ਤੇ ਅਸੀਂ ਰੋਗੀ ਹੋ ਜਾਂਦੇ ਹਾਂ ਅਤੇ ਮਾਇਆ ਜਿਹੜੀ ਸੁੱਖ ਵਾਸਤੇ ਅਸੀਂ ਇਕੱਠੀ ਕਰਦੇ ਹਾਂ ਨਾ, ਅਸੀਂ ਸਰੀਰਕ ਤੌਰ 'ਤੇ ਵੀ ਰੋਗੀ ਹੋ ਜਾਂਦੇ ਹਾਂ। ਸਾਡੇ ਵਿੱਚੋਂ ਬਹੁਤਿਆਂ ਨੂੰ ਇਹ ਮਾਇਆ ਦੀ ਵਰਤੋਂ ਕਰਨ ਦਾ ਢੰਗ ਹੀ ਨਹੀਂ ਆਇਆ। ਕੁਚੱਜੀ ਹਾਂ, ਕੁਚੱਜੀ ਸੁਚੱਜੀ ਗੁਣਵੰਤੀ ਵਾਲੇ ਇਸੇ ਹੀ ਸੂਹੀ ਰਾਗ ਦੇ ਵਿੱਚ ਸਤਿਗੁਰਾਂ ਨੇ ਪਾਵਨ ਬੋਲ ਸਾਨੂੰ ਸਮਝਾਏ ਨੇ। ਕੁਚੱਜ ਪੁਣਾ ਕਰਕੇ ਅਸਾਂ ਇਸ ਮਾਇਆ ਨੂੰ ਸਹੀ ਰੂਪ ਵਿੱਚ ਵਰਤਿਆ ਨਹੀਂ ਅਤੇ ਅਸੀਂ ਅੰਨੇ ਅਤੇ ਬੋਲੇ ਹੋ ਗਏ ਹਾਂ। ਅਤੇ ਉੱਥੋਂ ਕੀ ਹੁੰਦਾ ਫਿਰ? ਕੀ ਹੁੰਦਾ ਹੈ? ਅਸੀਂ ਸ਼ਬਦ ਤੋਂ ਦੂਰ ਚਲੇ ਜਾਂਦੇ ਹਾਂ। ਅਸੀਂ ਆਪਣੇ ਆਪ ਨੂੰ ਧਾਰਮਿਕ ਵੀ ਖਵਾਉਂਦੇ ਹਾਂ, ਸਿੱਖ ਵੀ ਖਵਾਉਂਦੇ ਹਾਂ, ਪਰ ਜੀਵਨ ਕੁਚੱਜਾ ਹੈ। ਕੋਈ ਸਿਆਣੇ ਦਾਨਸ਼ਮੰਦ ਕੱਪੜੇ ਪਾ ਕੇ, ਕੋਈ ਸਿਆਣੇ ਬੋਲ ਬੋਲ ਕੇ ਸਿਆਣਾ ਨਹੀਂ ਹੁੰਦਾ। ਬਹੁਤੇ ਜ਼ਿਆਦੇ ਮੇਰੀ ਉਮਰ ਦੇ ਬੁੱਢੇ ਵੀ ਕੁਚੱਜ ਪੁਣੇ ਹੀ ਸਾਰਾ ਦਿਨ ਕਰਦੇ ਰਹਿੰਦੇ। 5 ਕੁ ਸਾਲ ਦਾ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸੱਚੇ ਪਾਤਸ਼ਾਹ ਸਿਰ ਜਗਤ ਦਾ ਗੁਰੂ ਬਣ ਗਿਆ ਸੀ। ਉਮਰ ਦੇ ਨਾਲ ਸਿਆਣਾ ਨਹੀਂ। ਵਿਗੜੇ ਹੋਏ ਮਨੁੱਖਾਂ ਨੂੰ ਪਾਤਸ਼ਾਹ ਜੀ ਨੇ ਬਚਨ ਕੀਤੇ ਨੇ, ਗੁਰ ਕੀ ਮੱਦ ਤੂੰ ਲੈ ਇਆਨੇ, ਭਗਤ ਬਿਨਾ ਬੋਡੂ ਬੇਸਿਆਨੇ। ਭਗਤੀ ਤੋਂ ਟੁੱਟੇ ਨੂੰ ਆਵਾਜ਼ ਮਾਰੀ ਹੈ। ਜੇ ਤੂੰ ਟੁੱਟਾ ਹੈ ਤੇ ਤੂੰ ਨਿਆਣਾ ਹੈ, ਜੇ ਤੂੰ ਭਗਤੀ ਕਰਦਾ ਹੈ ਤੇ ਤੂੰ ਸਿਆਣਾ ਹੈ, ਜੇ ਤੂੰ ਸੱਚ ਬੋਲਦਾ ਹੈ ਤੂੰ ਸਿਆਣਾ ਹੈ, ਜੇ ਝੂਠ ਬੋਲਦਾ ਹੈ ਤੇ ਨਿਆਣਾ ਹੈ, ਜੇ ਲੈ ਕੇ ਮੁੱਕਰ ਜਾਂਦਾ ਕਿਸੇ ਤੋਂ ਜ਼ੁਬਾਨ ਕਰਦਾ ਹੈ, ਧਰਮ ਗ੍ਰੰਥ ਦੀ ਸਹੁੰ ਵੀ ਖਾ ਲੈਂਦਾ ਫਿਰ ਅੱਤ ਦਾ ਤੂੰ ਨਿਆਣਾ ਹੈ। ਉਹਨੂੰ ਆਵਾਜ਼ ਮਾਰੀ, ਗੁਰ ਕੀ ਮੱਤ, ਗੁਰੂ ਦੀ ਮੱਤ ਲੈ ਲਾ। ਚਾਹੇ ਤੂੰ 70 ਸਾਲ ਦਾ ਹੋ ਗਿਆ, 90 ਦਾ ਹੋ ਗਿਆ, ਤੂੰ ਅਜੇ ਨਿਆਣਾ ਹੀ ਆ ਜੇ ਤੂੰ ਗੁਰੂ ਦੀ ਮੱਤ ਨਹੀਂ ਲਈ। ਭਗਤ ਪ੍ਰਹਿਲਾਦ 5 ਕੁ ਸਾਲ ਦਾ ਸੀ। ਉਸ ਦਾ ਬਾਪ ਹਰਨਾਕਸ਼ ਜਿਹੜਾ ਹੈ 60-65 ਸਾਲ ਦਾ ਸੀ। ਛੋਟੀ ਉਮਰ ਦਾ ਹਰਨਾਕਸ਼ ਦੇ ਘਰ ਬੱਚਾ ਪੈਦਾ ਹੋ ਕੇ ਇਤਨਾ ਸਿਆਣਾ ਆਪਣੇ ਬਾਪ ਕਮਲੇ ਦੀ ਗੱਲ ਨਹੀਂ ਮੰਨੀ। ਉਹ ਕਹਿੰਦਾ ਸੀ ਮੇਰਾ ਨਾਮ ਜਪ, ਮੈਂ ਰੱਬ ਹਾਂ। ਭਗਤ ਜੀ ਨੇ ਨਾ ਕਰਤੀ, ਮੈਂ ਤੇਰਾ ਨਾਂ ਨਹੀਂ ਜਪਦਾ, ਮੈਂ ਰਾਮ ਰਾਮ ਉਚਾਰਾਂਗਾ। ਉਸ ਕਮਲੇ ਬਾਪ ਹਰਨਾਕਸ਼ ਨੇ ਆਪਣੇ ਪਿਆਰੇ ਪੁੱਤਰ ਪ੍ਰਹਿਲਾਦ ਨੂੰ ਕੋਠੇ ਵਿੱਚ ਰੱਖਿਆ, ਬਾਰ ਦੀਆ ਤਾਲਾ, ਜੇਲ੍ਹ ਵਿੱਚ ਬੰਦ ਕਰਤਾ, ਡਰਾਉਣੀ ਜੇਲ੍ਹ। ਕਮਲਾ ਸੀ।
ਰੋਗ ਰੂਪ ਮਾਇਆ ਨਾ ਵਿਆਪੈ। ਇਸ ਮਾਇਆ ਤੋਂ ਰੋਗ ਉਪਜਦੇ ਨੇ ਉਦੋਂ ਜਦੋਂ ਮਨੁੱਖ ਨੂੰ ਇਸ ਦੀ ਵਰਤੋਂ ਨਹੀਂ ਕਰਨੀ ਆਈ। ਜੇ ਮਾਇਆ ਸੰਜਮ ਨਾਲ ਵਰਤਦਾ ਹੈ, ਕਿਤੇ ਵਾਹਿਗੁਰੂ ਜੀ ਨੇ ਮਾਇਆ ਕਮਾਉਣ ਤੋਂ ਇਸ ਮਨੁੱਖ ਨੂੰ ਰੋਕਿਆ ਨਹੀਂ, ਵਰਤਣ ਤੋਂ ਵੀ ਨਹੀਂ ਰੋਕਿਆ। ਗੁਰ ਕੀ ਮੱਤ ਤੋਂ ਲੈ ਆਨੇ ਤੈਨੂੰ, ਜੇ ਗੁਰੂ ਦੀ ਮੱਤ ਹੋਵੇਗੀ ਤੇ ਤੂੰ ਸਹੀ ਸਵਾਰਥਾਂ ਵਾਸਤੇ, ਆਪਣੀ ਉਪਜੀਵਕਾ ਵਾਸਤੇ, ਕਾਰੋਬਾਰ ਵਾਸਤੇ ਲਾਵੇਂਗਾ, ਕਾਰੋਬਾਰ ਵਾਸਤੇ ਲਾਵੇਂਗਾ, ਕੋਈ ਚੱਜੇ ਥਾਂ ਤੇ ਨਹੀਂ ਵਰਤੇਗਾ। ਆਪਣੇ ਜੀਵਨ ਨੂੰ ਡੋਜ਼ ਸਹੀ ਦੇਵੇਂਗਾ, ਆਪਣੇ ਗੁਰੂ ਦੇ ਦਰ ਤੇ ਵਰਤੇਗਾ, ਆਪਣੇ ਜੀਵਨ ਵਾਸਤੇ ਵਰਤੇਗਾ, ਪਰਿਵਾਰ ਵਾਸਤੇ ਵਰਤੇਗਾ। ਤੂੰ ਕਲੱਬਾਂ ਪੱਬਾਂ ਦੇ ਵਿੱਚ ਨਸ਼ੈੜੀ ਹੋ ਕੇ ਜੇ ਤੂੰ ਵਰਤਦਾ ਹੈ ਤੇ ਆਪਾਂ ਵੇਖ ਸਕਦੇ ਹਾਂ ਬਾਰੀ ਤੌਰ ਤੇ ਕਿੰਨੇ ਕੁ ਨਸ਼ੇ ਕਰਨ ਵਾਲਿਆਂ ਨੇ ਇਸ ਮਾਇਆ ਨੂੰ ਜਿੱਥੇ ਬਰਬਾਦ ਕੀਤਾ, ਉੱਥੇ ਜੀਵਨ ਵੀ ਬਰਬਾਦ ਹੋ ਗਏ। ਪਰਿਵਾਰਾਂ ਦੇ ਨਾਮੋ ਨਿਸ਼ਾਨ ਮਿਟ ਗਏ ਨੇ। ਮਾਇਆ ਦਾ ਪਸਾਰਾ ਹੀ ਕੇਵਲ ਤੇ ਕੇਵਲ ਜਿਹੜਾ ਹੈ, ਇਹ ਮਨੁੱਖ ਇਸ ਪਸਾਰੇ ਦੇ ਵਿੱਚ ਪਸਰ ਗਿਆ ਹੈ, ਇਸ ਨੂੰ ਪਤਾ ਨਹੀਂ ਲੱਗਦਾ। ਤੇ ਗੁਰੂ ਦੀ ਮੱਤ ਇਸ ਨੂੰ ਲੈ ਲੈਣੀ ਚਾਹੀਦੀ ਹੈ ਕਿ ਮਾਇਆ ਕੀ ਹੈ। ਜਪ ਗੋਬਿੰਦ ਸੰਗੀ ਸਭ ਤਾਰੇ। ਜਿਨ੍ਹਾਂ ਗੁਰਮੁਖਾਂ ਨੇ ਵਾਹਿਗੁਰੂ ਜੀ ਦਾ ਸਿਮਰਨ ਕੀਤਾ ਹੈ, ਨਾਮ ਸਿਮਰਨ ਅਭਿਆਸ ਕੀਤਾ ਹੈ, ਉਹਨਾਂ ਗੁਰਮੁਖਾਂ ਨੇ ਆਪਣੇ ਪਰਿਵਾਰ ਦੀ ਵੀ ਕਲਿਆਣ ਕੀਤੀ ਆ। ਗੁਰੂ ਦੀ ਸੰਗਤ ਵਿੱਚ ਜਾਣ ਕੇ ਜਿਹੜੇ ਜਪਦੇ ਨੇ ਜੁੜ ਕੇ, ਉਹ ਸਾਰੇ ਹੀ ਤਰ ਗਏ ਨੇ। ਸੰਗੀ ਸਾਥੀ ਸਗਲ ਤਰਾਈ, ਪੋਹਤ ਨਾਹੀ ਪੰਚ ਬਟਵਾਰੇ। ਉਹਨਾਂ ਨੂੰ ਪੰਜ ਦੂਤ ਜਿਹੜੇ ਨੇ ਸਾਨੂੰ ਭਜਾਈ ਫਿਰਦੇ ਨੇ, ਇੱਕ ਸੌਂਦੇ ਨੇ। ਧਰਮ ਸਥਾਨ ਤੇ ਆਣ ਕੇ ਵੀ ਸਾਡੀ ਨਿਗਾਹ ਇੱਧਰ ਉੱਧਰ ਘੁੰਮਦੀ ਆ, ਮਨ ਕਦੇ ਬਾਹਰ ਚਲਿਆ ਜਾਂਦਾ ਹੈ, ਕਦੇ ਅੰਦਰ ਆਉਂਦਾ ਹੈ ਤੇ ਸ਼ਬਦ ਦੀ ਵਿਚਾਰ ਦੇ ਵਿੱਚ ਨਹੀਂ ਲੱਗਦਾ। ਇਹੀ ਪੰਜ ਨੇ: ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਵਿਦਵਾਨਾਂ ਨੇ ਅੱਠਾਂ ਦਾ ਕਥਨ ਕੀਤਾ ਹੈ: ਆਸਾ, ਮਨਸਾ, ਤ੍ਰਿਸ਼ਨਾ। ਇਹ ਅੱਠ ਨੇ। ਬਹੁਤਾ ਵਿਚਾਰ ਇਹਨਾਂ ਦੇ ਪੰਜਾਂ ਤੇ ਹੀ ਕੀਤਾ ਜਾਂਦਾ ਹੈ। ਇਹ ਪੰਜ ਦੂਤ ਜਿਹੜੇ ਨੇ, ਇਹ ਮਨੁੱਖ ਨੂੰ ਪੂੰਹਦੇ ਨੇ ਜੇ ਮਨੁੱਖ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਤਾਂ। ਮਨ ਬਚ ਕਰਮ ਪ੍ਰਭ ਏਕ ਧਿਆਏ। ਮਨ ਕਰਕੇ, ਮੂੰਹ ਚੋਂ ਬਚਨ ਕਰਕੇ ਵਾਹਿਗੁਰੂ 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 ਦਾ ਸਿਮਰਨ ਕਰੇ। ਬਚਨ ਅੰਮ੍ਰਿਤ ਬਚਨ, ਸਤਿਗੁਰ ਕੀ ਬਾਣੀ, ਜੋ ਬੋਲੇ ਸੋ ਮੁਖ ਅੰਮ੍ਰਿਤ। ਰੱਬ ਦੀ ਵਡਿਆਈ ਵਾਲੇ ਬਚਨ। ਮਨ ਬਚ ਕਰਮ ਪ੍ਰਭ ਏਕ ਧਿਆਏ। ਇੱਕ ਪਾਰ ਬ੍ਰਹਮ ਪਰਮੇਸ਼ਰ ਦਾ ਸਿਮਰਨ ਕਰੇ, ਉਹ ਇੱਕੋ ਹੈ। ਇੱਕੇ ਦੀ ਸੰਗਤ ਕਰੇ, ਇੱਕੇ ਨਾਲ ਜੁੜੇ, ਇੱਕੇ ਨੂੰ ਜਪੇ, ਇੱਕੇ ਇਤਿਹਾਸ ਰੱਖੇ, ਇੱਕ ਅੱਗੇ ਹੀ ਅਰਦਾਸ ਕਰੇ, ਇੱਕੇ ਅੱਗੇ। ਪਾਰ ਬ੍ਰਹਮ ਪਰਮੇਸ਼ਰ ਇੱਕ ਹੈ। ਸਰਬ ਫਲਾਂ ਸੋਈ ਜਨ ਪਾਏ। ਜਿਹੜਾ ਇੱਕ ਨਾਲ ਜੁੜਦਾ ਹੈ, ਜਿਹੜਾ ਇੱਕ ਨਾਲ ਜੁੜਦਾ ਹੈ, ਉਹ ਸਾਰੇ ਹੀ ਮਨ ਵਾਂਛਿਤ ਫਲ ਪਾਉਂਦਾ ਹੈ। ਸਾਰੇ ਸੁੱਖ, ਸਾਰੇ ਫਲ ਉਹਨੂੰ ਮਿਲਦੇ ਨੇ। ਜੋ ਮੰਗੇ ਠਾਕੁਰ ਆਪਣੇ ਤੇ, ਸੋਈ ਦੇਵੇ। ਉਹਨੂੰ ਪਾਰ ਬ੍ਰਹਮ ਪਰਮੇਸ਼ਰ ਸਭ ਕੁਛ ਹੀ ਦਿੰਦਾ ਹੈ। ਜਿਹੜਾ ਇੱਕ ਨਾਲ ਜੁੜ ਕੇ ਇੱਕ ਅੱਗੇ ਜਿਹੜਾ ਸਿਰ ਝੁਕਦਾ ਹੈ, ਉਹ ਸੰਸਾਰ ਵਿੱਚ ਵੀ ਮਾਣ ਪਾਉਂਦਾ। ਜਿਹੜਾ ਥਾਂ ਤੇ ਸਿਰ ਝੁਕਦਾ ਹੈ, ਉਸ ਸਿਰ ਦੀ ਕੋਈ ਕਦਰ ਨਹੀਂ ਕਰਦਾ। ਇੱਥੇ ਆਏ ਗੁਰੂ ਦੇ ਦਰ ਦੇ ਉੱਤੇ ਸਿਰ ਝੁਕਿਆ, ਬਾਹਰ ਗਏ ਕਿਤੇ ਹੋਰ ਆਪਣੇ ਮਨੋਰਥ ਦਾ ਨਿਸ਼ਾਨਾ ਰੱਖ ਕੇ ਕਿਸੇ ਉਸ ਟੁੱਟੇ ਹੋਏ ਰੱਬ ਦੇ ਬੰਦੇ ਅੱਗੇ ਵੀ ਸਿਰ ਝੁਕ ਗਿਆ, ਉਸ ਸਿਰ ਦੀ ਕੋਈ ਕਦਰ ਨਹੀਂ। ਆਪਣੇ ਲੋਭ ਕੋ ਕੀਨੋ ਮੀਤ, ਸਗਲ ਮਨੋਰਥ ਮੁਗਧ ਪਦ ਦੀਤ। ਐ ਮਨੁੱਖ, ਜੇ ਤੂੰ ਭਲਾ ਚਾਹੁੰਦਾ ਹੈ, ਆਪਣਾ ਭਾਵੇਂ ਲੋਭ ਲੈ ਕੇ ਗੁਰੂ ਦੇ ਦਰ ਤੇ ਆ ਜੀ, ਤੈਨੂੰ ਸਾਰਾ ਕੁਝ ਗੁਰੂ ਨਾਨਕ ਸਾਹਿਬ ਦੇ ਦਰ ਤੋਂ ਮਿਲ ਜਾਵੇਗਾ। ਤੇਰੇ ਕੋਈ ਔਗਣ ਨਹੀਂ ਚਤਾਰੇ ਜਾਣਗੇ, ਤੈਨੂੰ ਝਿੜਕਿਆ ਨਹੀਂ ਜਾਵੇਗਾ, ਝੋਲੀਆਂ ਭਰ ਕੇ ਲੈ ਕੇ ਜਾਵੇਗਾ। ਸਰਬ ਫਲਾਂ ਸੋਈ ਜਨ ਪਾਈ। ਧਾਰ ਅਨੁਗ੍ਰਹ ਆਪਣਾ ਪ੍ਰਭ ਕੀਨਾ। ਗੁਰੂ ਸਾਹਿਬ ਨੇ ਕਿਰਪਾ ਕਰਕੇ ਉਹਨਾਂ ਜੀਵਾਂ ਨੂੰ, ਉਹਨਾਂ ਮਨੁੱਖਾਂ ਨੂੰ ਆਪਣਾ ਬਣਾ ਲਿਆ। ਪ੍ਰਭੂ ਨੇ ਆਪਣਾ ਬਣਾ ਲਿਆ ਹੈ। ਕੇਵਲ ਨਾਮ ਭਗਤ ਰਸ ਦੀਨਾ।
ਕੇਵਲ ਨਾਮ ਦਾ ਰਸ ਭਗਤੀ ਕਰਨ ਵਾਲੇ ਨੂੰ ਹੀ ਵਾਹਿਗੁਰੂ ਨੇ ਦਿੱਤਾ। ਦੁਨੀਆ ਦੇ ਰਸ ਤਾਂ ਮਨੁੱਖ ਨੇ ਆਪ ਪ੍ਰਾਪਤ ਕਰ ਲਏ ਨੇ, ਪਰ ਰੱਬ ਦੇ ਨਾਮ ਦਾ ਰਸ, ਬੰਦਗੀ ਦਾ ਰਸ ਬੰਦਗੀ ਕਰਨ ਵਾਲੇ ਨੂੰ ਹੀ ਆਉਂਦਾ ਹੈ, ਦੂਸਰੇ ਨੂੰ ਨਹੀਂ ਆਉਂਦਾ। ਬੰਦਗੀ ਕਰਨੀ ਪੈਣੀ ਹੈ। ਜੇ ਰੱਬ ਦੇ ਨਾਮ ਰਸ ਦਾ ਆਨੰਦ ਲੈਣਾ ਹੈ ਤਾਂ ਫਿਰ ਬੰਦਗੀ ਕਰਨੀ ਪੈਣੀ ਹੈ। ਬੰਦਗੀ ਤੋਂ ਬਿਨਾਂ ਰੱਬ ਦੇ ਨਾਮ ਦਾ ਰਸ ਨਹੀਂ ਆਵੇਗਾ, ਰੱਬ ਦੀ ਪ੍ਰਾਪਤੀ ਨਹੀਂ ਹੋਵੇਗੀ, ਰੱਬ ਦੇ ਘਰ ਵਿੱਚ ਬਸੇਰਾ ਨਹੀਂ ਹੋਵੇਗਾ। ਜਪ ਮਨ ਮੇਰੇ ਗੋਬਿੰਦ ਕੀ ਬਾਣੀ। ਆਦ ਮਦ ਅੰਤ ਪ੍ਰਭ ਸੋਈ, ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਪਾਵਨ ਬਾਣੀ ਜਪਜੀ ਸਾਹਿਬ ਜੀ ਦੀ ਇਸ ਪੰਗਤੀ ਦੇ ਨਾਲ ਇਹ ਪੰਗਤੀ ਅੱਜ ਦੇ ਮੁੱਖ ਵਾਕ ਦੀ ਮੇਲ ਖਾਂਦੀ ਹੈ। ਪਹਿਲਾਂ ਸੀ ਜਦੋਂ ਕੋਈ ਨਹੀਂ ਸੀ, ਮੱਧ ਵਿੱਚ ਹੈ, ਅੰਤ ਦੇ ਟਾਈਮ ਵੀ ਉਹੋ ਹੀ ਇੱਕੋ ਹੀ ਪਾਰ ਬ੍ਰਹਮ ਪਰਮੇਸ਼ਰ ਹੈ, ਜੋ ਇਹਨਾਂ ਜੀਵਾਂ ਦਾ ਆਧਾਰ ਤੇ ਭਲਾ ਕਰਨ ਵਾਲਾ ਹੈ, ਵਿਕਾਰਾਂ ਤੋਂ ਬਚਾਉਣ ਵਾਲਾ ਹੈ, ਮੋਹ ਦੀ ਅੱਗ ਮੱਚਦੀ ਤੋਂ ਬਚਾਉਣ ਵਾਲਾ ਇੱਕੋ ਪਾਰ ਬ੍ਰਹਮ ਪਰਮੇਸ਼ਰ ਪਹਿਲਾਂ ਵੀ ਸੀ, ਹੁਣ ਵੀ ਹੈ, ਇਦੋਂ ਬਾਅਦ ਵੀ ਉਹੀ ਹੈ। ਨਾਨਕ ਤਿਸ ਬਿਨ ਅਵਰ ਨਾ ਕੋਈ। ਪੰਜਵੇਂ ਸਰੂਪ ਗੁਰੂ ਨਾਨਕ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਿਆਰੇ ਬੋਲ ਨੇ। ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਨਾ ਹੀ ਕੋਈ ਹੈਗਾ ਸੀ ਤੇ ਨਾ ਕੋਈ ਹੈਗਾ ਹੈ ਤੇ ਨਾ ਹੋਵੇਗਾ। ਉਹਦੇ ਤੋਂ ਬਿਨਾਂ ਕੋਈ ਦੂਜਾ ਹੈ ਹੀ ਨਹੀਂ, ਇੱਕੋ ਹੀ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਹੈ। ਹੇ ਮਨੁੱਖ, ਇਸ ਸੰਸਾਰ ਦੇ ਵਿੱਚ ਆਣ ਕੇ ਤੂੰ ਵਿਕਾਰਾਂ ਦੀ ਅੱਗ ਤੋਂ, ਮੋਹ ਮਮਤਾ ਦੀ ਅੱਗ ਤੋਂ ਜੇ ਬਚਣਾ ਹੈ ਤਾਂ ਪ੍ਰਭੂ ਦੇ ਬਚਨਾਂ ਨੂੰ ਸਰਵਣ ਕਰਿਆ ਕਰ, ਪ੍ਰਭੂ ਦੀ ਬੰਦਗੀ ਕਰਿਆ ਕਰ, ਪ੍ਰਭੂ ਦੀ ਭਗਤੀ ਦੇ ਨਾਲ ਜੁੜ ਕੇ ਵਾਹਿਗੁਰੂ 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 ਦਾ ਸਿਮਰਨ ਚਿੱਤ ਕਰਕੇ, ਸੁਰਤ ਕਰਕੇ ਜੁੜਿਆ ਕਰ। ਪਾਤਸ਼ਾਹ ਕਿਰਪਾ ਕਰਨਗੇ, ਰਹਿਮਤ ਕਰਨਗੇ। ਸਤਿਗੁਰੂ ਪਾਤਸ਼ਾਹ ਜੀ ਦੇ ਅੱਜ ਦੇ ਪਿਆਰੇ ਮੁੱਖ ਵਾਕ ਸ਼ਬਦ ਦੀ ਵਿਚਾਰ ਇੱਥੇ ਸੰਪੰਨ ਹੋਈ ਹੈ। ਸਭ ਕਿਰਪਾ ਕਰਨ। ਬਹੁਤ ਬਹੁਤ ਧੰਨਵਾਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ। ਬਹੁਤ ਬਹੁਤ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੀਆਂ ਪਿਆਰੀਆਂ ਸੰਗਤਾਂ ਦਾ, ਪ੍ਰਬੰਧਕ ਜਨਾਂ ਦਾ, ਗੁਰੂ ਘਰ ਦੇ ਸੇਵਾਦਾਰਾਂ ਦਾ। ਬੇਅੰਤ ਭੁੱਲਾਂ ਤਰੁੱਟੀਆਂ ਰਹਿ ਜਾਂਦੀਆਂ, ਕਿਰਪਾ ਕਰਿਓ, ਕੋਈ ਗਲਤੀ ਨਾ ਚਤਾਰਿਓ। ਪਰਾਨੀ ਆਇਆ ਤੂੰ ਲਾਹਾ ਲੈਣ ਲੱਗਾ ਕਿਤ ਫਕੜੇ। ਜੇ ਹੋਰ ਬੰਨੇ ਮੰਨ ਗਿਆ ਨਾ, ਕਿਸੇ ਦੀਆਂ ਗਲਤੀਆਂ ਨੂੰ, ਗੁਨਾਹਾਂ ਨੂੰ ਚਤਾਰਨ ਲੱਗ ਗਏ ਤੇ ਨਿੰਦਕ ਬਣ ਜਾਵਾਂਗੇ। ਜਿਹੜਾ ਨਾਮ ਖਜ਼ਾਨਾ ਜੀਵਨ ਵਿੱਚ ਵਸਣਾ ਨਹੀਂ। ਨਾ ਚਤਾਰਿਓ। ਜੇ ਚਤਾਰਨਾ ਹੈ ਤੇ ਅਸੀਂ ਆਪਣੀਆਂ ਗਲਤੀਆਂ ਨੂੰ, ਗੁਨਾਹਾਂ ਨੂੰ ਚਤਾਰੀਏ ਤੇ ਅਰਦਾਸ ਕਰੀਏ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਅਗੁਣ ਮਾਰੇ। ਮਾਫੀ ਦੇ ਦਿਓ, ਸਤਿਗੁਰੂ ਕਿਰਪਾ ਕਰਨਗੇ। ਦਾਸ ਦਾ ਅੱਜ ਦਾ ਲਾਸਟ ਦਿਨ ਇੱਥੇ ਆ। ਆਪ ਜੀ ਦੇ ਚਰਨ ਪਰਸਨ ਵਾਸਤੇ ਸਤਿਗੁਰੂ ਨੇ ਕਿਰਪਾ ਕੀਤੀ ਸੀ। ਪ੍ਰਬੰਧਕ ਜਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਸੁਭਾਗ ਬਖਸ਼ਿਆ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਬੁਲਾਈਏ ਫਤਿਹ। ਸੁਣੋ ਅੰਮ੍ਰਿਤ ਨਾਮ ਰਸ। ਜੁੜ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।